ਵਾਹਿਗੁਰੂ ਸਾਹਿਬ ਜੀਓ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰਾਤਰੀ ਦੇ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਹਨ। ਗੁਰੂ ਚਰਨਾਂ 'ਚ ਜੁੜ ਮਿਲ ਬੈਠਣ ਦਾ ਸੁਭਾਗਾ ਸਮਾਂ ਮਿਲਿਆ। ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਨੇ। ਸਭ ਕੋ ਤੇਰੇ ਵਸ ਅਗਮ ਅਗੋਚਰਾ। ਇਹ ਅਗਮ ਅਗੋਚਰ ਵਾਹਿਗੁਰੂ ਜੀ ਸਾਰਾ ਕੁਝ ਤੁਹਾਡੇ ਵੱਸ 'ਚ ਹੈ, ਤੁਹਾਡੇ ਹੁਕਮ 'ਚ ਹੈ, ਤੁਹਾਡੇ ਹੱਥ 'ਚ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਸਾਰਾ ਕੁਝ ਤੁਹਾਡੇ ਹੁਕਮ ਮੁਤਾਬਕ ਚੱਲਦਾ ਹੈ ਤੇ ਤੁਸੀਂ ਭਗਤਾਂ ਦੇ ਵਸ ਹੋ, ਭਗਤਾਂ ਮੁਤਾਬਕ ਚੱਲਦੇ ਹੋ। ਇਹ ਵਾਹਿਗੁਰੂ ਦਾ ਬਿਰਧ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਾਹਿਗੁਰੂ ਜੀ ਦੇ ਇਸ ਸੁਭਾਅ ਬਾਰੇ ਬਹੁਤ ਵਿਸਥਾਰ ਸਹਿਤ ਵਿਚਾਰ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਭਗਤ ਵਾਹਿਗੁਰੂ ਨੂੰ ਭਾਉਂਦੇ ਨੇ। ਕਾਰਨ ਹੈ ਕਿ ਭਗਤ ਹਰ ਵਕਤ ਉਸ ਮਾਲਕ ਦੀ ਭਗਤੀ ਦੇ ਰੰਗ 'ਚ ਰੰਗੇ ਰਹਿੰਦੇ ਹਨ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵੰਦੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਗਤਾਂ ਦੀ ਪਾਲਣਾ ਮਾਲਕ ਆਪ ਕਰਦਾ ਹੈ ਤੇ ਜੇ ਕੋਈ ਰੱਬੀ ਭਗਤ ਨੂੰ ਕੋਈ ਦੁੱਖ ਦੇਵੇ, ਕੋਈ ਭਗਤ ਦੇ ਲਈ ਮੁਸੀਬਤ ਬਣੇ ਤੇ ਉਹ ਫਿਰ ਮਾਲਕ ਪਾਸੋਂ ਬਖਸ਼ਿਆ ਨਹੀਂ ਜਾਂਦਾ। ਜੋ ਜੋ ਤੇਰੇ ਭਗਤ ਦੁਖਾਵੇ ਸੋ ਤਤ ਕਾਲ ਤੁਮ ਮਾਰਾ।
ਹਰਨਾਕਸ਼ ਵਰਗਿਆਂ ਦਾ ਅੰਤ ਹੋਇਆ, ਕਿਉਂਕਿ ਰੱਬੀ ਭਗਤਾਂ ਦੇ ਨਾਲ ਮੱਥਾ ਲਾਇਆ। ਤੇ ਗੁਰੂ ਕਲਗੀਧਰ ਮਹਾਰਾਜ ਤੇ ਇੱਥੋਂ ਤੱਕ ਵਾਹਿਗੁਰੂ ਤੇ ਭਗਤਾਂ ਦੀ ਜਿਹੜੀ ਆਪਸੀ ਨੇੜਤਾ ਹੈ, ਪਿਆਰ ਹੈ ਜਾਂ ਅਭੇਦਤਾ ਹੀ ਹੈ, ਉਹਦੀ ਗੱਲ ਕਰਦਿਆਂ ਕਹਿੰਦੇ ਕਿ ਵੇਖੋ, ਵੈਸੇ ਤੇ ਅਕਾਲ ਪੁਰਖ ਪਰਮਾਤਮਾ ਦਾ ਜੋ ਸਵਰੂਪ ਹੈ, ਦਸਮ ਪਾਤਸ਼ਾਹ ਜੀ ਦੇ ਬਚਨ ਹਨ ਕਿ ਪਰਮਾਤਮਾ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ। ਕੋਈ ਕਿਸੇ ਤਰ੍ਹਾਂ ਦਾ ਪਰਮਾਤਮਾ ਤੇ ਵਿਕਾਰਾਂ ਦਾ ਪ੍ਰਭਾਵ ਨਹੀਂ ਹੈ, ਕਿਸੇ ਰੋਗ ਸੋਗ ਦਾ ਪ੍ਰਭਾਵ ਨਹੀਂ ਹੈ, ਕਿਸੇ ਦੁੱਖ ਦਾ ਪ੍ਰਭਾਵ ਨਹੀਂ ਹੈ ਪਰਮਾਤਮਾ ਤੇ। ਭਾਵ ਮਾਲਕ ਦਾ ਕੋਈ ਆਪਣਾ ਪਰਸਨਲੀ ਨਿੱਜੀ ਐਸਾ ਰੀਜ਼ਨ ਨਹੀਂ ਹੈ ਜਿਸ ਕਾਰਨ ਕਰਕੇ ਰੱਬ ਦੁਖੀ ਹੋਏ। ਪਰ ਇੰਨੀ ਗੱਲ ਜ਼ਰੂਰ ਹੈ, ਮਹਾਰਾਜ ਕਹਿੰਦੇ ਜੇ ਰੱਬ ਦਾ ਭਗਤ ਦੁਖੀ ਹੈ ਤੇ ਰੱਬ ਦੁਖੀ ਹੈ, ਤੇ ਜੇ ਰੱਬ ਦਾ ਭਗਤ ਸੁਖੀ ਹੈ ਤੇ ਰੱਬ ਸੁਖੀ ਹੈ। ਉਹ ਬੜੇ ਪਿਆਰੇ ਬਚਨ ਹਨ। ਆਪਾਂ ਪੜ੍ਹਦੇ ਹਾਂ ਚੌਪਈ ਸਾਹਿਬ ਚੋਂ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਉਹਦੇ ਸਾਧ ਜਨ ਭਗਤ ਜਨ ਸੁਖੀ ਨੇ, ਰੱਬ ਸੁਖੀ, ਤੇ ਜੇ ਰੱਬ ਦਾ ਪਿਆਰਾ ਦੁਖੀ ਹੈ ਤੇ ਸਮਝੋ ਰੱਬ ਦੁਖੀ ਹੈ। ਇਸ ਕਰਕੇ ਜੇ ਕਿਸੇ ਰੱਬੀ ਪਿਆਰੇ ਨੂੰ ਅਸੀਂ ਦੁੱਖ ਦੇ ਰਹੇ ਹਾਂ ਤੇ ਸਮਝੋ ਰੱਬ ਨੂੰ ਦੁੱਖ ਦੇ ਰਹੇ ਹਾਂ। ਤੇ ਬਾਬਾ ਫਰੀਦ ਸਾਹਿਬ ਨੇ ਤੇ ਇਦੋਂ ਵੀ ਅੱਗੇ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਦੁੱਖ ਨਾ ਦੇਵੋ, ਕਿਉਂਕਿ ਰੱਬ ਤਾਂ ਸਾਰਿਆਂ ਦੇ ਅੰਦਰ ਹੀ ਵਸ ਰਿਹਾ ਹੈ। ਉਹ ਕਹਿੰਦੇ ਹਰ ਹਿਰਦੇ 'ਚ ਮਾਲਕ ਵਸਦਾ ਹੈ। ਇਸ ਕਰਕੇ ਕੋਈ ਇੱਦਾਂ ਦਾ ਬੋਲ ਨਾ ਬੋਲੋ ਕਿਸੇ ਦੇ ਹਿਰਦੇ ਤੇ ਠੋਕਰ ਵੱਜੇ, ਹਿਰਦੇ 'ਚ ਵਸਦੇ ਰੱਬ ਤੇ ਠੋਕਰ ਵੱਜੇ। ਇਸ ਕਰਕੇ ਇੱਕ ਫਿੱਕਾ ਨਾ ਗੱਲ ਆਏ, ਇੱਕ ਵੀ ਫਿੱਕਾ ਬੋਲ ਨਾ ਬੋਲੋ। ਕਿਉਂਕਿ ਸਭਨਾ ਮੈਂ ਸੱਚਾ ਧਣੀ, ਸਾਰਿਆਂ 'ਚ ਉਹ ਸੱਚਾ ਧਣੀ ਵਾਹਿਗੁਰੂ ਵਸ ਰਿਹਾ ਹੈ। ਹਿਆਓ ਨਾ ਕਹਿ ਠਾਹੇ, ਕਿਸੇ ਦੇ ਹਿਰਦੇ ਨੂੰ ਠੋਕਰ ਨਾ ਮਾਰੋ। ਮਾਣਕ ਸਭ ਅਮੋਲਵੇ, ਸਾਰਿਆਂ ਦੇ ਮਨ ਰੂਪੀ ਹਿਰਦੇ ਰੂਪੀ ਮਾਣਕ ਬੜੇ ਅਮੋਲਕ ਨੇ, ਕੋਮਲ ਨੇ, ਕਿਉਂਕਿ ਅੰਦਰ ਮਾਲਕ ਦਾ ਵਾਸ ਹੈ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਇਹ ਬਚਨ ਕੀਰਤਨ ਰੂਪ 'ਚ ਆਪ ਜੀ ਨੇ ਸ਼ਰਵਣ ਕੀਤੇ। ਉਪਰੰਤ ਗੁਰਬਾਣੀ ਵਿਚਾਰ ਦੀ ਲੜੀ ਮੁਤਾਬਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਦੇ ਆਪ ਜੀ ਰੋਜ਼ਾਨਾ ਵਿਚਾਰ ਦੇ ਨਾਲ ਜੁੜਦੇ ਹੋ 34 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਪੌੜੀ ਅੰਦਰ ਇੱਕ ਉਸ ਆਤਮਕ ਖੇੜੇ ਦੀ ਗੱਲ, ਆਨੰਦ ਦੀ ਗੱਲ, ਸੁੱਖ ਦੀ ਗੱਲ ਸਤਿਗੁਰੂ ਕਰ ਰਹੇ ਹਨ। ਜਿਹੜਾ ਖੇੜਾ ਆਨੰਦ ਤੇ ਵਿਗਾਸ ਉਦੋਂ ਬਣਦਾ ਹੈ ਜਦੋਂ ਰੱਬੀ ਮਿਲਾਪ ਦਾ ਅਹਿਸਾਸ ਹੁੰਦਾ ਹੈ, ਮਾਲਕ ਮਿਲਦਾ ਹੈ। ਮਹਾਰਾਜ ਕਹਿੰਦੇ ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ। ਚਾਅ ਚੜ੍ਹ ਗਿਆ ਮਨ 'ਚ, ਮਨ ਖਿੜ ਗਿਆ, ਐਨ ਆਨੰਦ ਦੇ ਨਾਲ ਗਦਗਦ ਹੋ ਗਿਆ ਮਨ। ਕਦੋਂ? ਜਦੋਂ ਇਹ ਸੁਣਿਆ ਕਿ ਮਾਲਕ ਆ ਰਿਹਾ ਹੈ। ਮਹਾਰਾਜ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸੋਏ ਦਾ ਮਤਲਬ ਹੈ ਸ਼ੋਭਾ। ਉਹ ਕਹਿੰਦੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਰੱਬ ਜੀ ਦੀ ਜਦੋਂ ਸ਼ੋਭਾ ਨੂੰ, ਮਾਲਕ ਦੀ, ਗੁਰੂ ਦੀ ਵਡਿਆਈ ਨੂੰ ਸੁਣਿਆ ਤੇ ਉਹ ਵਡਿਆਈ ਨੂੰ ਸੁਣ ਕੇ ਤਨ ਤੇ ਮਨ ਮੌਲਿਆ ਗਿਆ, ਹਰਿਆ ਹੋ ਗਿਆ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਤੇ ਫਿਰ ਜਦੋਂ ਮਾਲਕ ਜੀ ਦਾ ਨਾਮ ਧਿਆਇਆ, ਗੁਰੂ ਜੀ ਦਾ ਨਾਮ ਧਿਆਇਆ ਤੇ ਹੋਰ ਲਾਲੀ ਚੜ੍ਹ ਗਈ।
ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਉਦੋਂ ਬਾਅਦ ਫਿਰ ਮਾਲਕ ਦੇ ਰਸਤੇ ਤੇ ਤੁਰੇ, ਕਿਉਂਕਿ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ। ਅੰਦਰ ਚਾਅ ਬਣਿਆ, ਜਿਹਦੀ ਸ਼ੋਭਾ ਸੁਣੀ ਸੀ ਉਹਨੂੰ ਵੇਖਣ ਦਾ, ਜਿਹਦਾ ਨਾਮ ਧਿਆਉਂਦੇ ਸੀ ਉਹਦੇ 'ਚ ਅਪੇਦ ਹੋਣ ਦਾ ਇੱਕ ਤਾਂਘ, ਇੱਕ ਖਿੱਚ ਬਣੀ। ਤੇ ਉਸ ਰਸਤੇ ਤੇ ਤੁਰੇ, ਜਿਹੜੇ ਰਸਤੇ ਤੇ ਚੱਲਦਿਆਂ ਚੱਲਦਿਆਂ ਮਾਲਕ ਦੇ ਦੀਦਾਰ ਮਿਲਾਪ ਦੀ ਦਾਤ ਮਿਲਦੀ ਹੈ। ਤੇ ਉਹ ਮਹਾਰਾਜ ਕਹਿੰਦੇ ਜਦੋਂ ਉਸ ਰਸਤੇ ਤੇ ਤੁਰੇ, ਪੰਧ ਜਲੰਧੜੀ ਮੇਰਾ ਅੰਦਰ ਠੰਡਾ, ਅੰਦਰ ਐਨ ਠੰਡ ਪੈ ਗਈ। ਤੇ ਫਿਰ ਜਦੋਂ ਮੁਕਾਮ ਤੇ ਪਹੁੰਚੇ ਤੇ ਗੁਰਦਰਸ਼ਨ ਦੇਖ ਨਿਹਾਲੀ, ਮਾਲਕ ਦੇ ਗੁਰੂ ਦੇ ਦੀਦਾਰ ਹੋ ਗਏ ਤੇ ਅੰਦਰ ਨਿਹਾਲ ਹੋ ਗਏ। ਹੁਣ ਵੇਖੋ, ਮਾਲਕ ਦੀ ਸ਼ੋਭਾ ਵੀ ਅੰਦਰ ਨੂੰ ਖਿਡਾਉਣ ਵਾਲੀ ਹੈ। ਮਾਲਕ ਦਾ ਹਰ ਕਾ ਨਾਮ ਧਿਆਏ ਕਹਿ ਹੋਵੋ ਹਰਿਆ ਭਾਈ। ਉਹਦੇ ਨਾਮ ਨੂੰ ਧਿਆਵਾਂਗੇ ਤਾਂ ਵੀ ਅੰਦਰ ਖੇੜਾ ਬਣਦਾ ਹੈ। ਗੁਰੂ ਕਹਿੰਦੇ ਜਦੋਂ ਮਾਲਕ ਦੇ ਰਸਤੇ ਤੇ ਤੁਰਾਂਗੇ ਫਿਰ ਵੀ ਜੀਵਨ ਅੰਦਰ ਵਿਗਾਸ ਬਣਦਾ ਹੈ। ਤੇ ਜਦੋਂ ਮਾਲਕ ਦਾ ਮਿਲਾਪ ਪ੍ਰਾਪਤ ਹੋ ਗਿਆ, ਫਿਰ ਤੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਇੱਕ ਉਸ ਸਮੇਂ ਦਾ ਚਾਅ ਵੱਖਰਾ ਹੈ ਜਦੋਂ ਮਾਲਕ ਦਾ ਮਿਲਾਪ ਪ੍ਰਾਪਤ ਹੋ ਜਾਏ। ਇਤਿਹਾਸ 'ਚ ਬੜੀਆਂ ਐਸੀਆਂ ਘਟਨਾਵਾਂ ਸਾਖੀਆਂ ਹਨ ਜਦੋਂ ਗੁਰੂ ਕੇ ਪਿਆਰੇ ਗੁਰੂ ਨੂੰ ਧਿਆਉਂਦੇ ਨੇ। ਉਹ ਮਾਤਾ ਭਾਗ ਭਰੀ, ਕਸ਼ਮੀਰ ਦੀ ਰਹਿਣ ਵਾਲੀ ਬਿਰਧ ਮਾਤਾ, ਬਸਤਰ ਤਿਆਰ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੀ ਹੈ, ਦਾਤਾ ਬੁੱਢੜੀ ਹਾਂ, ਇਸ ਬਿਰਧ ਕਾਇਆ ਅੰਦਰ ਇੰਨੀ ਤਾਕਤ ਨਹੀਂ ਹੈ ਕਿ ਇਹ ਕਸ਼ਮੀਰ ਦੀਆਂ ਪਹਾੜੀਆਂ ਲੰਘ ਕੇ ਮੈਂ ਅੰਮ੍ਰਿਤਸਰ ਪਹੁੰਚ ਸਕਾਂ। ਦੇਖੋ ਦਾਤਾ ਜੀ, ਜਾਂ ਤੇ ਇਸ ਬਿਰਧ ਨੂੰ, ਬੁੱਢੜੀ ਨੂੰ ਇੰਨੀ ਤਾਕਤ ਸਮਰੱਥਾ ਬਖਸ਼ ਦਵੋ, ਮੈਂ ਤੁਹਾਡੇ ਦਰਬਾਰ ਪਹੁੰਚ ਕੇ ਤੁਹਾਡੇ ਦੀਦਾਰ ਕਰਾਂ, ਆ ਬਸਤਰ ਤੁਹਾਨੂੰ ਭੇਟ ਕਰਾਂ, ਜਾਂ ਫਿਰ ਰਹਿਮਤ ਕਰਕੇ ਆਪ ਆਓ ਤੇ ਦਰਸ਼ਨਾਂ ਦੀ ਦਾਤ ਬਖਸ਼ੋ ਤੇ ਭੇਟਾਂ ਨੂੰ ਕਬੂਲ ਕਰੋ। ਹੁਣ ਦਿਨ ਰਾਤ ਮਾਤਾ ਸਤਿਗੁਰੂ ਨੂੰ ਧਿਆਉਂਦੀ ਹੈ। ਤੇ ਇੱਕ ਉਹ ਸਮਾਂ ਬਣ ਗਿਆ ਜਦੋਂ ਗੁਰੂ ਨੇ ਬੇਨਤੀ ਸੁਣ ਲਈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਸ਼ਮੀਰ ਪਹੁੰਚ ਗਏ। ਅਰਦਾਸ ਹੀ ਕਰ ਰਹੀ ਹੈ। ਵੇਖੋ, ਇਹ ਹੈ ਸਿੱਖ ਤੇ ਗੁਰੂ ਦੇ ਅੰਦਰ ਦੀ ਖਿੱਚ ਤੇ ਪ੍ਰੀਤ ਦੀ ਖੇਡ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਤੂੰ ਮਨ ਕਰਕੇ ਇੱਕ ਕਦਮ ਗੁਰੂ ਵਾਲੇ ਪਾਸੇ ਪੁੱਟ, ਬਾਕੀ ਤਾਂ ਗੁਰੂ ਨੇ ਆਪੇ ਹੀ ਕਲਾ ਵਰਤਾ ਕੇ ਤੇਰੇ ਕੋਲ ਪਹੁੰਚ ਜਾਣਾ। ਪਰ ਤੂੰ ਤੁਰ ਤਾਂ ਸਹੀ, ਤੂੰ ਮਨ ਦਾ ਦਰਵਾਜ਼ਾ ਖੋਲ ਤਾਂ ਸਹੀ ਆਪਣੇ ਮਾਲਕ ਦੇ ਲਈ, ਤਾਂ ਹੀ ਮਾਲਕ ਆਵੇਗਾ, ਗ੍ਰਹਿ ਮੰਦਰ ਬਣੇਗਾ। ਜੇ ਤੇਰਾ ਅੰਦਰ ਉਸ ਚੀਜ਼ ਦੇ ਲਈ ਤਿਆਰ ਹੈ, ਮਾਲਕ ਦੇ ਮਿਲਾਪ, ਗੁਰੂ ਦੇ ਮਿਲਾਪ ਦੇ ਲਈ, ਤੇ ਜੇ ਅਜੇ ਭਰੋਸਾ ਨਹੀਂ ਹੈ, ਪ੍ਰੀਤ ਨਹੀਂ ਹੈ, ਪ੍ਰਤੀਤ ਨਹੀਂ ਹੈ, ਫਿਰ ਖੇਡ ਕਿੱਦਾਂ ਬਣ ਸਕਦੀ ਹੈ। ਉਹ ਮਾਤਾ ਭਾਗ ਭਰੀ ਦਿਨ ਰਾਤੀ ਆਰਾਧੀ ਪਿਆਰੇ, ਨਿਮਖ ਨਾ ਕੀਜਾ ਢੀਲਾ। ਅਰਦਾਸਾਂ ਕਰਦੀ ਹੈ, ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਣੋ ਇੱਕ ਦੀਨਾ, ਦੇਹੋ ਦਰਸ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਅੱਜ ਉਸ ਮਾਂ ਦੀ ਅਰਦਾਸ ਸੁਣੀ ਗਈ। ਦਰਵਾਜ਼ਾ ਖੜਕਾਇਆ ਸਤਿਗੁਰੂ ਨੇ। ਬਿਰਧ ਮਾਤਾ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ। ਹੈਰਾਨ ਰਹਿ ਗਈ, ਅੰਦਰ ਨਿਹਾਲ ਤ੍ਰਿਪਤ ਹੋ ਗਿਆ। ਬਸ ਰਸਨਾ ਤੋਂ ਹੁਣ ਕੋਈ ਬੋਲ ਨਿਕਲਦਾ ਹੀ ਨਹੀਂ ਪਿਆ ਹੈ। ਵੇਖੋ, ਗੁਰੂ ਮਹਾਰਾਜ ਅੰਮ੍ਰਿਤਸਰ, ਕਸ਼ਮੀਰ ਮਾਤਾ ਚੇਤੇ ਕਰ ਰਹੀ ਹੈ। ਤੇ ਕਿੱਡੀ ਵੱਡੀ ਗੱਲ। ਅੱਜ ਦੇ ਸਮੇਂ 'ਚ ਤਾਂ ਫਿਰ ਵੀ ਆਪਾਂ ਜਾਂਦੇ ਰਿਸ਼ਤੇਦਾਰਾਂ ਦੇ ਘਰ, ਕੋਈ ਸੂਚਨਾ ਪਹਿਲਾਂ ਪਹੁੰਚ ਜਾਂਦੀ, ਹਾਂਜੀ ਆ ਰਹੇ ਨੇ ਅੱਗੇ ਤਿਆਰੀ। ਪਰ ਕੋਈ ਬਹੁਤ ਪਿਆਰਾ ਅਚਾਨਕ ਦਰਵਾਜ਼ੇ ਤੇ ਆਣ ਪਹੁੰਚੇ ਤੇ ਕਿੱਦਾਂ ਦੀ ਅਵਸਥਾ ਬਣਦੀ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜਦੋਂ ਮਾਤਾ ਦੇ ਦਰਵਾਜ਼ੇ ਤੇ ਆਣ ਪਹੁੰਚੇ ਤੇ ਬਸ ਭਾਈ ਗੁਰਦਾਸ ਸਾਹਿਬ ਕਹਿੰਦੇ ਦਰਸ਼ਨ ਦੇਖਤੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਨਦਰੋਂ ਨਦਰੀ ਨਿਹਾਲ ਹੋ ਗਈ। ਤੇ ਉਹ ਉਸ ਵਕਤ ਦਾ ਜਿਹੜਾ ਚਾਅ ਹੈ, ਉਹਨੂੰ ਕੋਈ ਆਪਾਂ ਅੱਖਰਾਂ ਸ਼ਬਦਾਂ 'ਚ ਥੋੜ੍ਹਾ ਬਿਆਨ ਕਰ ਸਕਦੇ ਹਾਂ। ਇਸੇ ਤਰ੍ਹਾਂ ਇੱਕ ਮਾਤਾ ਆਗਰੇ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੀ ਸੀ। ਉਹਨੇ ਵੀ ਬਸਤਰ ਤਿਆਰ ਕੀਤੇ ਸਨ ਤੇ ਇਸੇ ਤਰ੍ਹਾਂ ਦੀਆਂ ਭਾਵਨਾਵਾਂ
ਗੁਰੂ ਆਉਣ ਭੇਟਾ ਕਬੂਲ ਕਰਨ। ਤੇ ਇੱਕ ਉਹ ਸਮਾਂ ਬਣ ਗਿਆ ਜਦੋਂ ਉਸ ਮਾਂ ਨੂੰ ਨਿਹਾਲ ਕਰਨ ਦੇ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ, ਗੁਰੂ ਕੇ ਦੀਦਾਰ ਕੀਤੇ। ਉਹਦੀ ਵੀ ਉਸੇ ਤਰ੍ਹਾਂ ਦੀ ਖੇੜੇ ਤੇ ਆਨੰਦ ਵਾਲੀ ਅਵਸਥਾ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਵਾਲੀ ਅਵਸਥਾ। ਮਹਾਰਾਜ ਨੇ ਉਹ ਸੇਵਾ ਕਬੂਲ ਕੀਤੀ ਉਸ ਬਿਰਧ ਮਾਂ ਦੀ। ਉੱਥੇ ਅੱਜ ਵੀ ਗੁਰਦੁਆਰਾ ਮਾਈ ਥਾਨ ਸੁਭਾਈਮਾਨ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਇੱਕ ਉਹ ਖੇੜੇ ਦੀ ਅਵਸਥਾ ਹੈ ਜਿਹੜੀ ਉਦੋਂ ਹੀ ਬਣਦੀ ਹੈ ਜਦੋਂ ਮਾਲਕ ਜੀ ਦੇ ਮਿਲਾਪ ਦੀ ਦਾਤ, ਗੁਰੂ ਦੇ ਮਿਲਾਪ ਦੀ ਦਾਤ ਪ੍ਰਾਪਤ ਹੁੰਦੀ। ਫਿਰ ਤੇ ਸਾਰੀਆਂ ਇੱਛਾਵਾਂ ਪੂਰੀਆਂ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਹਾਰਾਜ ਕਹਿੰਦੇ ਹੇ ਸਖੀਓ, ਇਹ ਹਿਰਦੇ ਰੂਪੀ ਵਿਹੜੇ 'ਚ ਹੁਣ ਮਾਲਕ ਆ ਕੇ ਵਸ ਗਿਆ ਹੈ। ਤੇ ਜਿੱਥੇ ਮਾਲਕ ਆ ਕੇ ਵਸ ਜਾਏ ਉਹ ਘਰ ਤਾਂ ਫਿਰ ਮਾਲਕ ਦਾ ਘਰ ਬਣਦਾ ਹੈ। ਜਿੱਥੇ ਗੁਰੂ ਆ ਕੇ ਵਸ ਜਾਏ ਉਹ ਫਿਰ ਸਾਡਾ ਘਰ ਨਹੀਂ, ਉਹ ਤੇ ਫਿਰ ਗੁਰੂ ਦਾ ਘਰ ਬਣ ਜਾਂਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਇਹ ਵੇਖੋ ਸਾਹਿਬ ਦੀ ਵਡਿਆਈ ਹੈ। ਜਿਹੜੀਆਂ ਜਿਹੜੀਆਂ ਚੀਜ਼ਾਂ ਸਾਹਿਬ ਦੇ ਨਾਲ ਜੁੜਦੀਆਂ ਜਾਂਦੀਆਂ ਨੇ, ਉਹਨਾਂ ਵਸਤੂਆਂ, ਉਹਨਾਂ ਜਗ੍ਹਾ ਅਸਥਾਨਾਂ ਨੂੰ, ਉਹਨਾਂ ਵਿਅਕਤੀਆਂ ਨੂੰ ਵੀ ਆਪਾਂ ਸਾਹਿਬ ਕਹਿ ਕੇ ਤੇ ਸਤਿਕਾਰ ਦੇ ਨਾਲ ਯਾਦ ਕਰਦੇ। ਜਿੱਥੇ ਗੁਰੂ ਸਾਹਿਬਾਨਾਂ ਦੇ ਚਰਨ ਪਏ ਅੱਜ ਗੁਰ ਅਸਥਾਨ ਮੌਜੂਦ ਹਨ ਤੇ ਉਹ ਆਪਾਂ ਉਹਨਾਂ ਅਸਥਾਨਾਂ ਨੂੰ ਉਸੇ ਤਰ੍ਹਾਂ ਅਦਬ ਦੇ ਨਾਲ ਯਾਦ ਕਰਦੇ। ਜਗ੍ਹਾ ਤੇ ਸੀ ਰਾਏ ਭੋਏ ਦੀ ਤਲਵੰਡੀ, ਪਰ ਉਸ ਜਗ੍ਹਾ ਤੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਤੇ ਅੱਜ ਦੁਨੀਆ ਉਸ ਅਸਥਾਨ ਨੂੰ ਨਨਕਾਣਾ ਸਾਹਿਬ ਕਹਿ ਕੇ ਸਿਜਦੇ ਕਰਦੀ ਹੈ। ਉਹ ਜਗ੍ਹਾ ਦੇ ਨਾਲ ਵੀ ਸਾਹਿਬ ਲੱਗ ਗਿਆ, ਕਾਰਨ ਕਿ ਉੱਥੇ ਸਾਹਿਬ ਦੇ ਚਰਨ ਪਏ। ਜਗ੍ਹਾ ਤੇ ਸੀ ਮਾਖੋਵਾਲ ਪਿੰਡ, ਪਰ ਸਾਹਿਬ ਦੇ ਚਰਨ ਪਏ। ਅੱਜ ਉਹਨੂੰ ਆਪਾਂ ਅਦਬ ਦੇ ਨਾਲ ਆਨੰਦਪੁਰ ਸਾਹਿਬ ਕਹਿੰਦੇ ਹਾਂ। ਨਗਰ ਤਾਂ ਪਟਨਾ ਪਤਾ ਨਹੀਂ ਕਿੰਨੇ ਚਿਰ ਦਾ ਵਸਦਾ ਸੀ, ਪਰ ਉੱਥੇ ਸਾਹਿਬ ਦੇ ਚਰਨ ਪਏ। ਅੱਜ ਆਪਾਂ ਉਸ ਨਗਰ ਨੂੰ ਵੀ ਅਦਬ ਦੇ ਨਾਲ ਪਟਨਾ ਸਾਹਿਬ ਕਹਿੰਦੇ, ਹਜੂਰ ਸਾਹਿਬ ਕਹਿੰਦੇ। ਇਸੇ ਤਰ੍ਹਾਂ ਜੋ ਜੋ ਚੀਜ਼ਾਂ ਸਾਹਿਬ ਦੇ ਸੰਪਰਕ ਦੇ ਸਪਰਸ਼ ਦੇ ਵਿੱਚ ਆਉਂਦੀਆਂ ਨੇ, ਚੌਰ ਸਾਹਿਬ, ਰੁਮਾਲਾ ਸਾਹਿਬ, ਪੀੜਾ ਸਾਹਿਬ, ਹਰ ਚੀਜ਼ ਦੇ ਨਾਲ ਸਾਹਿਬ ਲਾ ਕੇ ਆਪਾਂ ਉਹ ਅਦਬ ਕਰਦੇ ਹਾਂ ਕਿ ਇਹ ਚੀਜ਼ਾਂ ਸਾਹਿਬ ਨੂੰ ਪ੍ਰਵਾਨ ਪਈਆਂ ਹਨ। ਤੇ ਜਿਹੜਾ ਵਿਅਕਤੀ ਸਾਹਿਬ ਦੇ ਦਰ ਤੇ ਪ੍ਰਵਾਨ ਪੈਂਦਾ ਹੈ ਉਹ ਬਾਲਕ ਤਾਂ ਭਾਈ ਬੂੜਾ ਹੀ ਸੀ, ਪਰ ਗੁਰੂ ਨਾਨਕ ਨੇ ਕਬੂਲ ਕਰ ਲਿਆ ਤੇ ਆਪਾਂ ਉਹਨਾਂ ਨੂੰ ਅਦਬ ਦੇ ਨਾਲ ਧੰਨ ਬਾਬਾ ਬੁੱਢਾ ਸਾਹਿਬ ਕਹਿੰਦੇ ਹਾਂ, ਭਾਈ ਗੁਰਦਾਸ ਸਾਹਿਬ ਕੇ ਸਤਕਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਹਿਰਦੇ 'ਚ ਮਾਲਕ ਆ ਕੇ ਵਸਦਾ ਹੈ ਫਿਰ ਉਹ ਹਿਰਦਾ ਵੀ ਪਾਕ ਪਾਵਨ ਤੇ ਉੱਤਮ ਬਣਦਾ ਹੈ। ਇੱਕ ਜਗ੍ਹਾ ਮਾਰੂ ਰਾਗ ਅੰਦਰ ਗੁਰੂ ਕਾ ਬਚਨ ਹੈ, ਜੇ ਤੂੰ ਵਤੈ ਅੰਗਣੈ ਹਬ ਧਰਤ ਸੁਹਾਵੀ ਹੋਏ, ਹਿਕ ਸਕੰਤੈ ਬਾਹਰੀ ਮੈਂਡੀ ਬਾਤ ਨਾ ਪੁੱਛਿਆ ਕੋਈ। ਹੈ ਮੇਰੇ ਮਾਲਕ ਜੀ, ਜੇ ਤੁਸੀਂ ਇਸ ਹਿਰਦੇ ਰੂਪੀ ਵਿਹੜੇ 'ਚ ਆ ਕੇ ਵਸ ਜਾਓ ਨਾ, ਹਬ ਧਰਤ ਸੁਹਾਵੀ ਹੋਏ, ਮੇਰੀ ਸਾਰੀ ਦੀ ਸਾਰੀ ਕਾਇਆ ਰੂਪੀ ਧਰਤੀ ਹੀ ਪਾਵਨ ਪਵਿੱਤਰ ਬਣ ਜਾਏ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹੇ ਸਖੀਓ, ਸਤ ਸੰਗੀ ਸਹੇਲੀਓ, ਸਤ ਸੰਗੀ ਜਨੋ, ਹੁਣ ਆਓ ਸਾਰੇ ਰੱਬੀ ਵਡਿਆਈਆਂ ਦੇ ਸ਼ਬਦ ਗਾਇਨ ਕਰੋ। ਮਾਲਕ ਨੇ ਰਹਿਮਤ ਕੀਤੀ, ਮਾਲਕ ਇਸ ਹਿਰਦੇ ਰੂਪੀ ਘਰ 'ਚ ਆ ਕੇ ਵਸ ਗਿਆ ਤੇ ਇਹ ਗ੍ਰਹਿ ਮੰਦਰ ਬਣ ਗਿਆ ਹੈ। ਹੁਣ ਇਹ ਮਾਲਕ ਹਰ ਕਾ ਘਰ ਬਣ ਗਿਆ ਹੈ। ਤੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 977 ਅੰਗ ਤੇ ਹੈ। ਉਸ ਸ਼ਬਦ ਦੇ ਵਿੱਚ ਵੀ ਮਹਾਰਾਜ ਨੇ ਇਸੇ ਤਰ੍ਹਾਂ ਦੀ ਇੱਕ ਪ੍ਰੇਮ ਅਵਸਥਾ ਦੀ ਗੱਲ ਕੀਤੀ। ਕਹਿੰਦੇ ਹਰ ਕਾ ਗ੍ਰਹਿ ਹਰ ਆਪ ਸਵਾਰਿਓ, ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ। ਉਹ ਕਹਿੰਦੇ ਅਸਲ 'ਚ ਵੇਖੋ ਇਹ ਜਿਹੜਾ ਸਰੀਰ ਹੈ ਨਾ, ਹੈ ਤੇ ਪਹਿਲਾਂ ਹੀ ਰੱਬ ਦਾ ਘਰ ਹੀ ਆ, ਕਿਉਂਕਿ ਪਿਛਲੇ ਪੌੜੀ ਅੰਦਰ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਵਿਚਾਰ ਸਾਨੂੰ ਸਮਝਾਈ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ। ਤੇਰੇ ਅੰਦਰ ਰੱਬ ਨੇ ਆਪਣੀ ਜੋਤ ਟਿਕਾਈ।
ਜੋਤ ਰੂਪ ਦੇ ਵਿੱਚ ਪਰਮੇਸ਼ਰ ਤੇਰੇ ਅੰਦਰ ਵਰਤ ਰਿਹਾ ਹੈ, ਤਾਂ ਤੇਰਾ ਸੰਸਾਰ ਅੰਦਰ ਜੀਵਨ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਇਹ ਪਹਿਲਾਂ ਹੀ ਰੱਬ ਦਾ ਘਰ ਹੈ, ਪਰਮੇਸ਼ਰ ਦਾ ਵਾਸਾ ਹੈ ਸਰੀਰ ਰੂਪੀ ਘਰ ਅੰਦਰ। ਗੱਲ ਵੱਖਰੀ ਹੈ ਕਿ ਕੁਝ ਹੰਕਾਰ ਦੇ ਪਰਦੇ ਕਰਕੇ, ਕੁਝ ਅਗਿਆਨਤਾ ਕਰਕੇ, ਕੁਝ ਮਾਇਆਵੀ ਸੰਸਾਰੀ ਸੋਚ ਕਰਕੇ ਅਸੀਂ ਆਪਣੇ ਆਪ ਨੂੰ ਸਮਝ ਨਹੀਂ ਪਾਉਂਦੇ ਹਾਂ। ਮਹਾਰਾਜ ਇੱਥੋਂ ਤੱਕ ਬਾਣੀ 'ਚ ਕਹਿੰਦੇ ਹਨ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਘਾ ਵਿੱਚ ਵਾਸ। ਇਹ ਸਾਰੇ ਦਾ ਸਾਰਾ ਸੰਸਾਰ ਹੀ ਰੱਬ ਦਾ ਘਰ ਹੈ ਤੇ ਮਾਲਕ ਜੀ ਦਾ ਇਸ ਸੰਸਾਰ ਅੰਦਰ, ਜਗਤ ਦੇ ਅੰਦਰ ਵਾਸਾ ਹੈ। ਜੋਤ ਰੂਪ ਦੇ ਵਿੱਚ ਉਹ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ। ਹਰ ਜਗ੍ਹਾ ਤੇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਤੇ ਮਹਾਰਾਜ ਕਹਿੰਦੇ ਹਰ ਕਾ ਗ੍ਰਹਿ ਹਰ ਆਪ ਸਵਾਰਿਓ। ਇਹ ਜਿਹੜਾ ਪਰਮੇਸ਼ਰ ਦਾ ਘਰ ਸਰੀਰ ਰੂਪੀ ਘਰ ਹੈ, ਇਹਨੂੰ ਸਵਾਰਨ ਵਾਲਾ ਵੀ ਉਹ ਮਾਲਕ ਆਪ ਹੈ। ਕਿਉਂਕਿ ਸਵਾਰਾਂਗੇ ਤੇ ਮਾਲਕ ਦੀ ਸਮਝ ਪੈਂਦੀ ਹੈ। ਪ੍ਰਤੱਖ ਰੂਪ ਦੇ ਵਿੱਚ ਮਾਲਕ ਇਸ ਹਿਰਦੇ 'ਚ ਆ ਕੇ ਵਸਦਾ ਪ੍ਰਗਟ ਹੁੰਦਾ ਹੈ। ਜੇ ਸਵਰਿਆ ਨਹੀਂ ਹੈ ਤੇ ਮਾਲਕ ਦੀ ਸਮਝ ਵੀ ਨਹੀਂ ਪੈਂਦੀ। ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਉਹ ਬਚਨ ਕਹੇ ਕਿ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਆਪੇ ਨੂੰ ਸਵਾਰਨ ਦੀ ਗੱਲ ਹੈ। ਉਹ ਕਹਿੰਦੇ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ, ਹਮ ਹਰ ਕੀ ਗੁਰ ਕੀ ਹੈ ਬਸੀਠੀ, ਹਮ ਹਰ ਦੇਖੇ ਭਈ ਨਿਹਾਲ ਨਿਹਾਲ ਨਿਹਾਲ। ਸਰੀਰ ਘਰ ਵਾਹਿਗੁਰੂ ਦਾ, ਇਸ ਘਰ ਨੂੰ ਆਪ ਮਾਲਕ ਨੇ ਦਾਤੇ ਨੇ ਕਿਰਪਾ ਕਰਕੇ ਸਵਾਰਿਆ ਤੇ ਫਿਰ ਆਪ ਹੀ ਆਪਣੀ ਕਿਰਪਾ ਵਰਤਾਉਂਦਿਆਂ ਹੋਇਆਂ ਆਪ ਗ੍ਰਹਿ ਆਇਓ। ਇਹ ਜਿਹੜਾ ਘਰ ਮਾਲਕ ਦਾ ਸੀ, ਇਸ ਘਰ ਅੰਦਰ ਮਾਲਕ ਜੀ ਆਪ ਆ ਕੇ ਵਸੇ। ਤੇ ਜਦੋਂ ਮਾਲਕ ਆਇਆ, ਹਮ ਹਰ ਦੇਖੇ, ਅਸੀਂ ਮਾਲਕ ਨੂੰ ਦੇਖਿਆ। ਤੇ ਜਦੋਂ ਮਾਲਕ ਨੂੰ ਦੇਖਿਆ ਤੇ ਫਿਰ ਹਮ ਹਰ ਦੇਖੇ ਭਈ ਨਿਹਾਲ 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 ਨਿਹਾਲ। 4 ਵਾਰ ਸਤਿਗੁਰੂ ਨਿਹਾਲ ਸ਼ਬਦ ਵਰਤਦੇ ਨੇ ਕਿ ਮਾਲਕ ਨੂੰ ਜਦੋਂ ਦੇਖਿਆ ਤੇ ਫਿਰ ਐਨ ਅੰਦਰ ਮਨ ਸੁਰਤ ਹਿਰਦਾ ਸਭ ਨਿਹਾਲ ਹੋ ਗਏ। ਮਨ ਤਨ ਆਨੰਦੋ ਆਨੰਦ ਭਏ। ਕਹਿੰਦੇ ਜਦੋਂ ਹਰ ਆਵਤੇ ਕੀ ਖਬਰ ਗੁਰ ਪਾਈ ਗੁਰੂ ਰਾਹੀਂ, ਇਹ ਸਮਝ ਪਈ ਕਿ ਬਸ ਹੁਣ ਮਾਲਕ ਦਾ ਮਿਲਾਪ ਹਾਸਲ ਹੋ ਜਾਏਗਾ, ਤੇਰੇ ਹਿਰਦੇ ਰੂਪੀ ਘਰ 'ਚ ਮਾਲਕ ਵਸ ਜਾਏਗਾ। ਹਰ ਆਵਤੇ ਕੀ ਖਬਰ ਗੁਰ ਪਾਈ, ਮਨ ਤਨ ਆਨੰਦੋ ਆਨੰਦ ਭਏ। ਹਰ ਆਵਤੇ ਸੁਣੇ ਮੇਰੇ ਲਾਲ, ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਏ ਗਲਤਾਨ, ਹਾਲ ਨਿਹਾਲ ਨਿਹਾਲ। ਸਾਹਿਬ ਕਹਿੰਦੇ ਉਹ ਮਾਲਕ ਦਾ ਜਿਹੜਾ ਮਿਲਾਪ ਹੈ ਜਾਂ ਮਿਲਾਪ ਦਾ ਇੱਕ ਅਹਿਸਾਸ ਹੈ, ਉਹ ਅਹਿਸਾਸ ਜਦੋਂ ਹੁੰਦਾ ਹੈ ਤੇ ਉਹ ਅਹਿਸਾਸ ਹੁੰਦਾ ਹੈ ਉਦੋਂ ਜਦੋਂ ਮਨੁੱਖ ਦੀ ਸੁਰਤ ਵਿਕਾਰਾਂ ਤੋਂ ਉੱਪਰ ਉੱਠਦੀ ਹੈ। ਜਿੰਨੀ ਦੇਰ ਤੱਕ ਨਜ਼ਰ ਤੇ ਵਿਕਾਰੀ ਪੜਦਾ ਹੈ, ਸੰਸਾਰ ਨੂੰ ਆਪਾਂ ਵੇਖਦੇ ਹਾਂ ਵਿਕਾਰੀ ਨਜ਼ਰ ਦੇ ਨਾਲ, ਮਾਇਆਵੀ ਨਜ਼ਰ ਦੇ ਨਾਲ। ਤੇ ਜਦੋਂ ਉਹ ਵਿਕਾਰੀ ਪੜਦਾ ਨਜ਼ਰ ਤੋਂ ਉਤਰਦਾ ਹੈ, ਫਿਰ ਇੱਕ ਬ੍ਰਹਮ ਨਜ਼ਰੀਆ ਬਣਦਾ ਹੈ ਜਿਹਦੇ 'ਚ ਬ੍ਰਹਮ ਜੋਤ ਦੀ ਸਮਝ ਪੈਂਦੀ। ਫਿਰ ਮਨੁੱਖ ਕੇਵਲ ਬਾਹਰ ਦੇ ਸਰੀਰਾਂ ਨੂੰ ਨਹੀਂ ਵੇਖਦਾ ਹੈ, ਫਿਰ ਸਰੀਰਾਂ ਦੇ ਅੰਦਰ ਵਰਤਦੀ ਹੋਈ ਜੋਤ ਨੂੰ ਵੇਖਦਾ ਹੈ। ਇੱਕ ਤਾਂ ਵਿਤਕਰੇ ਮਨ 'ਚੋਂ ਖਤਮ ਹੁੰਦੇ ਹਨ, ਇੱਕ ਸਰਬੱਤ ਦੇ ਭਲੇ ਵਾਲੀ ਭਾਵਨਾ ਹਿਰਦੇ ਦੇ ਵਿੱਚ ਬਣਦੀ ਹੈ। ਇੱਕ ਇਹ ਮਨ ਅੰਦਰ ਸਮਝ ਪੈਂਦੀ ਹੈ ਕਿ ਨਾ ਕੋ ਬੈਰੀ ਨਹੀਂ ਬੇਗਾਨਾ। ਤੇ ਫਿਰ ਮਨ ਚੋਂ ਵੀ ਵੈਰ ਭਾਵ ਖਤਮ ਹੁੰਦਾ ਹੈ, ਜਿਹਨੂੰ ਗੁਰੂ ਕਹਿੰਦੇ ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਕਹਿੰਦੇ ਹੈ ਸਖੀਓ, ਮਾਲਕ ਆ ਕੇ ਹਿਰਦੇ 'ਚ ਵਸਿਆ, ਗ੍ਰਹਿ ਮੰਦਰ ਬਣਿਆ ਹੈ। ਹੁਣ ਤੁਸੀਂ ਰੋਜ਼ਾਨਾ ਰੋਜ਼ਾਨਾ ਵਾਹਿਗੁਰੂ ਦੀਆਂ ਵਡਿਆਈਆਂ ਦੇ ਗੀਤ ਗਾਵੋ। ਇੱਕ ਤਾਂ ਬਾਹਰ ਦੇ ਸਤ ਸੰਗੀ ਸਾਥੀਆਂ ਦੇ ਲਈ ਹੈ, ਇੱਕ ਮਹਾਰਾਜ ਕਹਿੰਦੇ ਹੇ ਮੇਰੀਓ ਇੰਦਰੀਓ। ਇੰਦਰੀਆਂ ਨੂੰ ਵੀ ਸਖਾ ਕਹਿ ਕੇ ਬਾਣੀ ਦੇ ਵਿੱਚ
ਸੰਬੋਧਨ ਕੀਤਾ ਗਿਆ ਹੈ ਕਿ ਤੁਸੀਂ ਨਿਤ ਵਾਹਿਗੁਰੂ ਦੀਆਂ ਵਡਿਆਈਆਂ ਦੇ ਮੰਗਲ ਗਾਵੋ, ਫਿਰ ਕੀ ਹੋਏਗਾ, ਸੋਗ ਦੁੱਖ ਨਾ ਵਿਆਪੇ। ਜੇ ਅੱਖਾਂ ਗੁਰੂ ਦੇ ਦੀਦਾਰ ਕਰਨਗੀਆਂ, ਰਸਨਾ ਮਾਲਕ ਜੀ ਦੇ ਵਡਿਆਈ ਦੇ ਸ਼ਬਦ ਗਾਏਗੀ, ਕੰਨ ਰੱਬ ਦੀਆਂ ਵਡਿਆਈਆਂ ਦੇ ਸ਼ਬਦ ਸੁਣਨਗੇ, ਹੱਥ ਨੇਕ ਉੱਤਮ ਕਰਮ ਕਰਨਗੇ, ਪੈਰ ਚੰਗੇ ਪਾਸੇ ਚੱਲ ਕੇ ਜਾਣਗੇ, ਤੇ ਫਿਰ ਕਿਸੇ ਤਰ੍ਹਾਂ ਦਾ ਜੀਵਨ ਅੰਦਰ ਸੋਗ ਜਾਂ ਦੁੱਖ ਨਹੀਂ ਹੈ। ਬਹੁਤੇ ਦੁੱਖ ਅਸੀਂ ਆਪਣੇ ਮਾੜੇ ਕਰਮਾਂ ਕਰਕੇ ਆਪ ਹੀ ਸਹੇੜਦੇ ਹਾਂ। ਬੁਰਾਈਆਂ ਕਰਕੇ, ਕੁਝ ਮਾੜਾ ਵੇਖ ਕੇ, ਕੁਝ ਮਾੜਾ ਸੁਣ ਕੇ, ਕੁਝ ਮਾੜਾ ਬੋਲ ਕੇ, ਮਾੜੇ ਪਾਸੇ ਜਾ ਕੇ, ਮਾੜੇ ਕਰਮ ਕਰਕੇ ਅਸੀਂ ਦੁੱਖ ਸਹੇੜ ਲੈਂਦੇ ਹਾਂ। ਇਸੇ ਨੂੰ ਗੁਰੂ ਕਹਿੰਦੇ, ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ। ਤੂੰ ਜਿੰਨੇ ਜਿੰਨੇ ਅਵਗਣ ਕਮਾਏਗਾ, ਸਮਝ ਆਪਣੇ ਗਲ ਆਪੇ ਹੀ ਜੰਜੀਰਾਂ ਪਾਉਂਦਾ ਪਿਆ ਹੈ। ਤੇ ਬਹੁਤ ਵਾਰੀ ਐਸਾ ਹੁੰਦਾ ਹੈ, ਮਨੁੱਖ ਨੇ ਅਵਗਣ ਕਰ ਦਿੱਤਾ, ਅਵਗਣ ਕਰਕੇ ਕਈ ਵਾਰ ਬੰਦਾ ਭੁੱਲ ਜਾਂਦਾ ਹੈ। ਕਿੰਨੇ ਸਮੇਂ ਬਾਅਦ ਉਹ ਅਵਗਣ ਪ੍ਰਗਟ ਹੋ ਗਿਆ ਤੇ ਫਿਰ ਪਛਤਾਵਾ ਪੈਂਦਾ ਹੈ, ਫਿਰ ਉਹ ਬਦਨਾਮੀ ਸਹਿਣੀ ਪੈਂਦੀ ਹੈ। ਇਸ ਕਰਕੇ ਗੁਰੂ ਕਹਿੰਦੇ, ਅਨਕ ਪਰਦੇ ਮੈਂ ਕਮਾਵੈਂ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਤੂੰ ਜਿੰਨੇ ਮਰਜ਼ੀ ਪਰਦਿਆਂ 'ਚ ਵਿਕਾਰ ਕਮਾ ਲੈ, ਇਹ ਬੁਰਾਈਆਂ ਪ੍ਰਗਟ ਹੋ ਜਾਂਦੀਆਂ ਹਨ। ਇਸ ਕਰਕੇ ਸੁਚੇਤ ਹੋ ਕੇ ਜੀਵਨ ਬਤੀਤ ਕਰ, ਔਰ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਜਿਹੜਾ ਕਰਮ ਅਖੀਰ ਪਛਤਾਵੇ ਦਾ ਕਾਰਨ ਬਣੇ, ਉਹ ਕਰਮ ਨਾ ਕਰਮਾਂ ਪ੍ਰਤੀ ਸੁਚੇਤ ਹੋਈਏ। ਤੇ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਇੰਦਰੀਆਂ ਦੇ ਉੱਪਰ ਕਾਬੂ ਕਰਕੇ ਚੱਲੀਏ। ਆਪਣੇ ਇੰਦਰੀਆਂ ਨੂੰ ਰੱਬੀ ਵਡਿਆਈਆਂ ਵਾਲੇ ਪਾਸੇ, ਸਦ ਗੁਣਾਂ ਵਾਲੇ ਪਾਸੇ, ਚੰਗਿਆਈਆਂ ਵਾਲੇ ਪਾਸੇ ਲਗਾਵਾਂਗੇ ਤੇ ਫਿਰ ਸਮੁੱਚੇ ਜੀਵਨ ਤੇ ਉਹਦਾ ਪ੍ਰਭਾਵ ਇਹ ਪਏਗਾ ਕਿ ਸੋਗ ਦੁੱਖ ਨਾ ਵਿਆਪੇ, ਨਾ ਕੋਈ ਸੋਗ ਵਿਆਪੇਗਾ, ਨਾ ਕੋਈ ਦੁੱਖ ਵਿਆਪੇਗਾ, ਨਾ ਕਿਸੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਘਿਰਾਂਗੇ। ਅੱਗੇ ਮਹਾਰਾਜ ਕਹਿੰਦੇ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਇੱਕ ਤਾਂ ਵੇਖੋ, ਇੰਦਰੀਆਂ ਨੂੰ ਸਿੱਧੇ ਰਸਤੇ ਤੇ ਪਾਉਣ ਦੇ ਲਈ ਵੀ ਗੁਰੂ ਦੀ ਅਗਵਾਈ ਦੀ ਲੋੜ ਹੈ। ਔਰ ਦੂਜੇ ਨੰਬਰ ਤੇ ਮਹਾਰਾਜ ਕਹਿੰਦੇ, ਰੱਬੀ ਮਿਲਾਪ ਨੂੰ ਹਾਸਲ ਕਰਨ ਦੇ ਲਈ ਵੀ ਗੁਰੂ ਦੀ ਜ਼ਰੂਰਤ ਹੈ। ਨਾ ਤੇ ਗੁਰੂ ਦੀ ਅਗਵਾਈ ਤੋਂ ਬਿਨਾਂ ਅਸੀਂ ਵਿਕਾਰਾਂ ਨੂੰ ਕਾਬੂ 'ਚ ਕਰ ਸਕਦੇ ਹਾਂ, ਕਿਉਂਕਿ ਅਵਰ ਪੰਚ ਹਮ ਏਕ ਜਨਾ। ਤੇ ਗੁਰੂ ਹੀ ਕਿਰਪਾ ਕਰਦੇ ਹਨ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਜਿਹਨੂੰ ਪਾਤਸ਼ਾਹ ਕਹਿੰਦੇ, ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਧੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ। ਜਦੋਂ ਪੂਰੇ ਗੁਰੂ ਦਾ ਜਾਪ ਜਪਿਆ, ਫਿਰ ਇਹ ਵਿਕਾਰ ਦੁਸ਼ਟ ਹੋਰ ਜਿਹੜੀਆਂ ਅਵਗਣ ਤੇ ਐਬ ਸਨ, ਉਹਨਾਂ ਦਾ ਪ੍ਰਭਾਵ ਜੀਵਨ ਤੋਂ ਖਤਮ ਹੋਇਆ। ਕਹਾਂ ਕਰੈ ਕੋਈ ਵਿਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਕਹਿੰਦੇ ਸਾਡੇ ਮਾਲਕ ਦਾ ਪ੍ਰਤਾਪ ਬੜਾ ਵੱਡਾ ਹੈ। ਜਿੱਥੇ ਮਾਲਕ ਆ ਕੇ ਖਲੋ ਗਿਆ ਨਾ, ਕਿਸੇ ਵਿਕਾਰ ਦੀ ਇੰਨੀ ਹਿੰਮਤ ਨਹੀਂ ਪੈਂਦੀ ਹੈ ਉਸ ਹਿਰਦੇ ਤੱਕ ਵਿਕਾਰ ਆਪਣੀ ਪਹੁੰਚ ਬਣਾ ਸਕੇ, ਜਿਹੜੇ ਹਿਰਦੇ 'ਚ ਮਾਲਕ ਆ ਕੇ ਵਸ ਗਿਆ ਤੇ ਜਿਹੜਾ ਹਿਰਦਾ ਗ੍ਰਹਿ ਮੰਦਰ ਬਣ ਗਿਆ ਹੈ। ਕਹਾਂ ਕਰੈ ਕੋਈ ਵਿਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਸੋ ਮਹਾਰਾਜ ਕਹਿੰਦੇ, ਉਸ ਪੱਖ ਤੋਂ ਵੀ ਗੁਰੂ ਦੀ ਜ਼ਰੂਰਤ ਹੈ। ਔਰ ਜੇ ਮਾਲਕ ਨੂੰ ਪਾਉਣਾ ਹੈ ਤੇ ਫਿਰ ਉਹਦੇ ਲਈ ਵੀ ਆਪਣਾ ਪਿਰ ਜਾਪੇ, ਆਪਣੇ ਪਤੀ ਕੰਤ ਮਾਲਕ ਨੂੰ ਪਾ ਸਕੀਏ, ਉਹਦੇ ਲਈ ਵੀ ਗੁਰੂ ਦੀ ਜ਼ਰੂਰਤ ਹੈ। ਤੇ ਗੱਲ ਉਦੋਂ ਬਣਦੀ ਹੈ ਜਦੋਂ ਗੁਰਚਰਨ ਲਾਗੇ ਦਿਨ ਸੁਭਾਗੇ। ਜਦੋਂ ਗੁਰੂ ਦੇ ਚਰਨਾਂ 'ਚ ਸੁਭਾਗੇ ਦਿਨ ਜੁੜਦੇ ਹਾਂ ਤੇ ਫਿਰ ਮਾਲਕ ਜੀ ਦੀ ਕੰਤ ਪਰਮੇਸ਼ਰ ਦੀ ਸਮਝ ਪੈਂਦੀ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਉਹ ਮਹਾਰਾਜ ਕਹਿੰਦੇ, ਜਿਹੜੀ ਅਨਹਤ ਬਾਣੀ, ਅਨਹਤ ਬਾਣੀ ਦਾ ਭਾਵ ਇੱਕ ਤਾਰ ਹਿਰਦੇ ਦੇ ਵਿੱਚ ਕਰਤੇ ਦੀ, ਪਰਮੇਸ਼ਰ ਦੀ ਜਿਹੜੀ ਯਾਦ ਹੈ ਉਹਦਾ ਬਣੇ ਰਹਿਣਾ। ਅਨਹਦ ਨਾਦ, ਭਾਵੇਂ ਜ਼ੁਬਾਨ ਕਰਕੇ ਬੰਦਾ ਬਾਹਰ ਦੇ ਸੰਸਾਰ ਦੇ ਬੋਲ ਵੀ ਬੋਲ ਰਿਹਾ ਹੈ, ਹੱਥਾਂ ਪੈਰਾਂ ਕਰਕੇ ਕਿਰਤ ਵਿਰਤ ਵੀ ਕਰ ਰਿਹਾ ਹੈ, ਪਰ ਉਹ ਚੀਤ ਨਿਰੰਜਨ ਨਾਲ ਅੰਦਰੋਂ ਸੁਰਤ ਦਾ ਹਰ ਵਕਤ ਮਾਲਕ ਦੇ ਨਾਲ ਜੁੜੇ ਰਹਿਣਾ, ਜਿਹਨੂੰ ਗੁਰੂ ਨੇ ਕਿਹਾ ਗੁਰਮੁਖ ਰੋਮ ਰੋਮ ਹਰਿ ਧਿਆਵੈ। ਉਹ ਅਵਸਥਾ ਜਿੱਥੇ
ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ। ਗੁਰਮੁਖ ਦਾ ਇੱਕ ਇੱਕ ਕਰਮ ਫਿਰ ਸੁਕਰਮ ਬਣ ਜਾਂਦਾ ਹੈ, ਇੱਕ ਇੱਕ ਕਰਮ ਉਹਦਾ ਸਿਮਰਨ ਬਣ ਜਾਂਦਾ, ਮਾਲਕ ਦੀ ਇਬਾਦਤ ਬਣ ਜਾਂਦਾ ਹੈ। ਅੰਦਰ ਹਰ ਵਕਤ ਕਰਤੇ ਦੀ ਯਾਦ, ਕਰਤੇ ਦਾ ਸਿਮਰਨ ਚੱਲਦਾ ਹੈ। ਔਰ ਇਹ ਜਿਹੜੀ ਅਵਸਥਾ ਹੈ ਕਿਵੇਂ ਬਣਦੀ ਹੈ? ਗੁਰ ਸ਼ਬਦ ਜਾਣੀ, ਗੁਰੂ ਦੇ ਸ਼ਬਦ ਦੀ ਅਗਵਾਈ ਦੇ ਰਾਹੀਂ ਇਹਨੂੰ ਸਮਝਿਆ ਜਾ ਸਕਦਾ। ਹਰ ਨਾਮ ਹਰ ਰਸ ਭੋਗੋ, ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਰੱਬੀ ਵਡਿਆਈਆਂ, ਰੱਬੀ ਯਾਦ, ਰੱਬੀ ਸਿਮਰਨ 'ਚ ਜੁੜਦਾ ਹੈ, ਉਹ ਗੁਰਮੁਖ ਫਿਰ ਹਰ ਵਕਤ ਹਰ ਨਾਮ ਹਰ ਰਸ ਭੋਗੋ, ਮਾਲਕ ਦੇ ਨਾਮ ਰਸ ਨੂੰ ਭੋਗਦਾ, ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਜਿਹਨੇ ਗੁਰੂ ਦੇ ਸ਼ਬਦ ਦੀ ਅਗਵਾਈ ਲਈ, ਗੁਰੂ ਦੇ ਚਰਨਾਂ 'ਚ ਜਿਹੜਾ ਜੁੜਿਆ, ਹਰ ਵਕਤ ਮਾਲਕ ਦੀ ਯਾਦ 'ਚ ਜਿਹਦੀ ਸੁਰਤ ਵੀ ਜੁੜ ਗਈ ਤੇ ਜਿਹਦਾ ਸਰੀਰ ਵੀ ਜੁੜ ਗਿਆ, ਕਹੈ ਨਾਨਕ ਪ੍ਰਭ ਆਪ ਮਿਲ, ਉਹਨੂੰ ਤਾਂ ਫਿਰ ਆਪਣੇ ਆਪ ਮਾਲਕ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਜਿਹੜਾ ਮਾਲਕ ਕਰਨ ਕਾਰਨ ਜੋਗੋ, ਸਾਰਾ ਕੁਝ ਕਰਨ ਕਾਰਨ ਸਮਰੱਥ ਹੈ। ਭਗਤ ਕਬੀਰ ਸਾਹਿਬ ਕਹਿੰਦੇ ਇੱਕ ਤਾਂ ਹੁੰਦੀ ਹੈ ਉਹ ਅਵਸਥਾ ਜਿੱਥੇ ਮਾਲਕ ਦੀ ਸਮਝ ਪਈ, ਜੀਵ ਯਤਨ ਕਰ ਰਿਹਾ ਹੈ, ਇੱਕ ਆਰੰਭਕ ਸਮਾਂ, ਸ਼ੁਰੂਆਤੀ ਦੌਰ, ਮੈਂ ਮਾਲਕ ਦੇ ਨਾਲ ਜੁੜਾਂ, ਮਾਲਕ ਦੇ ਨੇੜੇ ਜਾਵਾਂ। ਇੱਕ ਫਿਰ ਕਹਿੰਦੇ ਜਪਦਿਆਂ ਉਹ ਅਵਸਥਾ ਬਣਦੀ ਹੈ ਜਿੱਥੇ ਪਾਛੇ ਲਾਗੋ ਹਰ ਫਿਰਿਓ ਕਹਿਤ ਕਬੀਰ ਕਬੀਰ, ਜਿੱਥੇ ਮਾਲਕ ਫਿਰ ਆਪ ਆਪਣੇ ਸੇਵਕ ਦੇ ਪਿੱਛੇ ਪਿੱਛੇ ਆਉਂਦਾ। ਪਰ ਉਹ ਅਵਸਥਾ ਬਣਦੀ ਹੈ ਉਦੋਂ ਜਦੋਂ ਐਨ ਜੀਵ ਗੁਰੂ ਦੇ ਉਪਦੇਸ਼ ਦੇ ਮਾਰਗ ਤੇ ਚੱਲਦਾ ਹੈ। ਫਿਰ ਇੱਕ ਕਦਮ ਗੁਰੂ ਵੱਲ ਚੱਲਿਆ ਤੇ ਗੁਰੂ ਕਰੋੜਾਂ ਕਦਮ ਸੇਵਕ ਵੱਲ ਆਉਂਦੇ ਨੇ। ਫਿਰ ਸੇਵਕ ਇੱਕ ਵਾਰੀ ਗੁਰੂ ਨੂੰ ਯਾਦ ਕਰੇ, ਗੁਰੂ ਕਰੋੜਾਂ ਵਾਰੀ ਆਪਣੇ ਪਿਆਰੇ ਨੂੰ ਯਾਦ ਕਰਦੇ। ਫਿਰ ਤਾਂ ਕੌਡੀ ਵੀ ਗੁਰੂ ਅੱਗੇ ਭੇਟ ਕਰ ਦਿੱਤੀ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਾਰੀਆਂ ਦੁਨੀਆ ਭਰ ਦੀਆਂ ਖੁਸ਼ੀਆਂ, ਬਖਸ਼ਿਸ਼ਾਂ, ਰਹਿਮਤਾਂ ਸੇਵਕ ਦੀ ਝੋਲੀ 'ਚ ਮਾਲਕ ਜੀ ਪਾ ਦਿੰਦੇ ਨੇ, ਕਿਉਂਕਿ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸੋ ਗੁਰੂ ਰਾਹੀਂ ਇਹ ਖੇਡ ਬਣਦੀ ਹੈ, ਪ੍ਰਭ ਆਪ ਮਿਲਿਆ ਵਾਲੀ, ਗ੍ਰਹਿ ਮੰਦਰ ਬਣਿਆ ਵਾਲੀ। ਤੇ ਜਦੋਂ ਉਹ ਮਾਲਕ ਹਿਰਦੇ 'ਚ ਵਸਦਾ ਹੈ ਤੇ ਫਿਰ ਇਹ ਕਾਇਆ ਵੀ, ਇਹ ਜੀਵਨ ਵੀ ਸਫਲ ਹੁੰਦਾ ਹੈ। ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਕਹਿੰਦੇ ਨਸ ਵੰਝੋ ਕਿਲ ਵੇਖੋ ਕਰਤਾ ਘਰ ਆਇਆ। ਕਿਉਂਕਿ ਸਾਡੇ ਹਿਰਦੇ 'ਚ ਮਨ 'ਚ ਕੀ ਹੈ? ਹਰ ਵਕਤ ਵਿਕਾਰੀ ਵਿਚਾਰ, ਸੰਸਾਰੀ ਵਿਚਾਰ, ਇਹ ਕੁਝ ਬੈਠਾ ਹੈ ਸਾਡੇ ਅੰਦਰ। ਤੇ ਗੁਰੂ ਕਹਿੰਦੇ ਇਹ ਕਿਲ ਵੇਖੋ ਪਾਪੋ, ਅੰਦਰ ਨੂੰ ਹੁਣ ਖਾਲੀ ਕਰੋ। ਕਿਉਂ ਖਾਲੀ ਕਰੋ? ਕਿਉਂਕਿ ਮਾਲਕ ਆ ਗਿਆ, ਕਰਤਾ ਘਰ ਆਇਆ। ਤੇ ਉੱਥੇ ਫਿਰ ਸਤਿਗੁਰੂ ਕਹਿੰਦੇ ਜੇ ਇਹ ਜਿਹੜੇ ਅੰਦਰ ਬੈਠੇ ਕਿਲਵਿਖ ਨੇ, ਜੇ ਇਹ ਕੁਝ ਅੜੀ ਵੀ ਕਰਨ ਕਿ ਨਹੀਂ ਅਸੀਂ ਅੰਦਰ ਨੂੰ ਖਾਲੀ ਕਰਨਾ, ਤੇ ਮਾਲਕ ਜਦੋਂ ਅੰਦਰ ਆ ਹੀ ਜਾਂਦਾ ਹੈ ਤੇ ਫਿਰ ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਇਹਨਾਂ ਨੂੰ ਆਪਣੇ ਆਪ ਭਾਜੜਾਂ ਪੈਂਦੀਆਂ ਨੇ ਜਦੋਂ ਮਾਲਕ ਹਿਰਦੇ 'ਚ ਆ ਕੇ ਪ੍ਰਗਟ ਹੁੰਦਾ ਹੈ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਜਿਵੇਂ ਸ਼ੇਰ ਦੇ ਗਰਜਣ ਦੇ ਨਾਲ ਹਿਰਨਾਂ ਦੀਆਂ ਡਾਰਾਂ ਨੂੰ ਭਾਜੜਾਂ ਪੈਂਦੀਆਂ ਨੇ, ਇੱਦਾਂ ਹੀ ਜਦੋਂ ਉਹ ਗੋਬਿੰਦ ਹਿਰਦੇ 'ਚ ਪ੍ਰਗਟ ਹੁੰਦਾ ਹੈ, ਗ੍ਰਹਿ ਮੰਦਰ ਬਣਦਾ ਹੈ। ਤੇ ਜਿੱਥੇ ਮਾਲਕ ਆ ਕੇ ਵਸ ਗਿਆ, ਫਿਰ ਉੱਥੇ ਕਿਸੇ ਦੂਤ, ਕਿਸੇ ਵਿਕਾਰ, ਕਿਸੇ ਪਾਪ ਦਾ ਕੋਈ ਪ੍ਰਭਾਵ ਨਹੀਂ ਰਹਿੰਦਾ ਹੈ। ਉਹ ਵਾਕਿਆ ਹੀ ਗ੍ਰਹਿ ਮੰਦਰ ਬਣ ਜਾਂਦਾ ਹੈ, ਕਿਉਂਕਿ ਜਿੱਥੇ ਮਾਲਕ ਦਾ ਵਾਸਾ ਹੈ ਉਹ ਥਾਨ ਸੁਹਾਵਾ ਹੈ, ਉਹ ਥਾਨ ਉੱਤਮ ਹੈ, ਸਾ ਧਰਤ ਹਰਿਆਵਲ ਹੈ। ਸਤਿਗੁਰੂ ਮਿਹਰ ਕਰਨ, ਗੁਰੂ ਸ਼ਬਦ, ਗੁਰੂ ਚਰਨਾਂ ਦੇ ਨਾਲ ਜੁੜ ਕੇ, ਮਾਲਕ ਦੇ ਨਾਲ ਜੁੜ ਕੇ ਕਾਇਆ ਨੂੰ, ਹਿਰਦੇ ਨੂੰ, ਜੀਵਨ ਨੂੰ ਸਫਲ ਬਣਾਈਏ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ